राती नौंदा है, क्यों जो वाटी दा वेला आ गया। हालेलुया। ਇਹ ਇੱਕ ਦੁਸ਼ਟਾਂਤ ਦਿੱਤਾ ਖੁਦਾਵੰਦ ਯਿਸੂ ਮਸੀਹ ਨੇ, ਔਰ ਖੁਦਾਵੰਦ ਯਿਸੂ ਮਸੀਹ ਕਾਫੀ ਗੱਲਾਂ ਦੁਸ਼ਟਾਂਤਾਂ 'ਚ ਹੀ ਕਰਦੇ। ਇਹ ਦੁਸ਼ਟਾਂਤ ਹੁੰਦਾ ਕੀ ਹੈ, ਪਹਿਲੇ ਸਾਨੂੰ ਇਹ ਪਤਾ ਕਰਨਾ ਪੈਣਾ। ਦੁਸ਼ਟਾਂਤ ਇੱਕ ਵੱਡੀ ਗੱਲ ਨੂੰ ਛੋਟੀ ਗੱਲ ਕਰਕੇ, ਛੋਟੀ ਕਹਾਣੀ ਪੇਸ਼ ਕਰਕੇ ਉਹਨੂੰ ਲੋਕਾਂ ਨੂੰ ਦੱਸਦੇ ਨਹੀਂ, ਤਾਂ ਕਿ ਉਹ ਲੋਕੀ ਛੋਟੀ ਗੱਲ ਸੁਣ ਕੇ ਛੇਤੀ ਸਮਝ ਜਾਣ। ਇਹਨੂੰ ਦੁਸ਼ਟਾਂਤ ਕਹਿੰਦੇ ਨੇ। ਖੁਦਾਵੰਦ ਯਿਸੂ ਮਸੀਹ ਵੱਡੀ ਗੱਲ ਨੂੰ ਛੋਟੀ ਗੱਲ ਬਣਾ ਕੇ ਦੁਸ਼ਟਾਂਤ ਦੇ ਰੂਪ ਵਿੱਚ ਪੇਸ਼ ਕਰਦੇ ਹੀ, ਤਾਂ ਕਿ ਲੋਕ ਸਮਝ ਜਾਣ। ਹਾਲੇਲੂਇਆ। ਪਰ ਜਿਹੜੇ ਯਿਸੂ ਮਸੀਹ ਦੁਸ਼ਟਾਂਤ ਦੇ ਰਹੇ ਨੇ ਕਿ ਸਵਰਗ ਦਾ ਰਾਜ, ਔਰ ਯਿਸੂ ਮਸੀਹ ਦਾ ਪ੍ਰਚਾਰ ਹੀ ਸਵਰਗ ਦੇ ਰਾਜ ਦਾ। ਉਹਨਾਂ ਨੇ ਸਭ ਤੋਂ ਪਹਿਲੇ ਜਦੋਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਕਿਹਾ, ਮਨ ਫਿਰਾਓ, ਸਵਰਗ ਦਾ ਰਾਜ ਕੀ ਹੈ, ਨਿਕਟ ਹੈ। ਯਿਸੂ ਮਸੀਹ ਆਏ ਇਸ ਕਰਕੇ ਹੀ ਕਿ ਤੁਹਾਨੂੰ ਦੱਸ ਸਕੇ ਕਿ ਖੁਦਾਵੰਦ ਦਾ ਸਵਰਗ ਦਾ ਰਾਜ ਤਿਆਰ ਹੋ ਗਿਆ, ਔਰ ਤੁਸੀਂ ਉਸ ਰਾਜ ਦੇ ਵਾਸੀ ਹੋ। ਤੁਸੀਂ ਉਹ ਰਾਜ ਦੇ ਵਿੱਚ ਸ਼ਾਮਿਲ ਹੋਣਾ ਵਾ, ਤਾਂ ਤੁਸੀਂ ਸ਼ਾਮਿਲ ਹੋਣਾ ਕਿੱਦਾਂ ਵਾ? ਯਿਸੂ ਮਸੀਹ ਇਹ ਗੱਲਾਂ ਨੂੰ ਦੁਸ਼ਟਾਂਤਾਂ ਵਿੱਚ ਦੱਸਦੇ। ਯਿਸੂ ਮਸੀਹ ਦੇ ਵਿੱਚ ਇਸੇ ਵਿੱਚ ਬੜੇ ਦੁਸ਼ਟਾਂਤ ਦਿੱਤੇ। ਯਿਸੂ ਮਸੀਹ ਨੇ ਰਾਈ ਦੇ ਦਾਣੇ ਵਰਗਾ ਦੁਸ਼ਟਾਂਤ ਦਿੱਤਾ। ਧਨੀ ਆਦਮੀ ਦਾ ਜਿੱਦਾਂ ਧਨ ਲੱਭ ਜਾਂਦਾ, ਖੇਤ 'ਚ ਧਨ ਲੱਭ ਗਿਆ, ਉਹਦਾ ਦੁਸ਼ਟਾਂਤ ਆ। ਇੱਦਾਂ ਦੇ ਤਕਰੀਬਨ ਖੁਦਾਵੰਦ ਯਿਸੂ ਮਸੀਹ ਨੇ 46 ਦੁਸ਼ਟਾਂਤ ਦਿੱਤੇ ਆ, ਤਾਂ ਕਿ ਤੁਸੀਂ ਸਮਝ ਸਕੋ ਕਿ ਤੁਹਾਡੇ ਲਈ ਕਿਹੜੀ ਗੱਲ ਸਹੀ ਹੈ। ਇੱਥੇ ਯਿਸੂ ਮਸੀਹ ਤਕਰੀਬਨ ਤੁਹਾਨੂੰ ਇੱਕ ਹੋਰ ਯਿਸੂ ਮਸੀਹ ਦਾ ਦੁਸ਼ਟਾਂਤ ਦੇਣ ਦਾ ਕਾਰਨ ਨਹੀਂ ਕਿ ਜੇ ਲੋਕੀ ਜਿਹੜੇ ਪ੍ਰੋਫੈਸ਼ਨ ਦੇ ਨਾਲ ਜੁੜੇ ਹੁੰਦੇ ਸੀ, ਉਹ ਪ੍ਰੋਫੈਸ਼ਨ ਦੇ ਨਾਲ ਗੱਲ ਕਰਦੇ ਸੀ ਤਾਂ ਕਿ ਉਹਨਾਂ ਨੂੰ ਛੇਤੀ ਸਮਝ ਆ ਜਾਏ। ਜਾਨੀ ਇੱਥੇ ਬੀਜ ਦੀ ਗੱਲ ਹੁੰਦੀ ਹੈ, ਤੇ ਕਿਤੇ ਨਾ ਕਿਤੇ ਜਦੋਂ ਯਿਸੂ ਮਸੀਹ ਪ੍ਰਚਾਰ ਕਰਦੇ ਪਏ ਹੋਣਗੇ ਤੇ ਉਹਨਾਂ ਦੇ ਲਾਗੇ ਕੁਝ ਕਿਸਾਨ ਹੋਣਗੇ, ਖੇਤੀਬਾੜੀ ਕਰਨ ਵਾਲੇ ਹੋਣਗੇ। ਪਰ ਜਦੋਂ ਯਿਸੂ ਮਸੀਹ ਆਪਣਾ ਮਾਹੌਲ ਵੇਖ ਲੈਂਦੇ ਸੀ ਕਿ ਮੇਰੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਬੈਠੇ ਨੇ, ਔਰ ਯਿਸੂ ਮਸੀਹ ਉਸ ਮਾਹੌਲ ਦੇ ਮੁਤਾਬਕ ਹੀ ਦੁਸ਼ਟਾਂਤ ਪੇਸ਼ ਕਰਦੇ, ਤਾਂ ਕਿ ਸਾਹਮਣੇ ਵਾਲੇ ਨੂੰ ਛੇਤੀ ਤੋਂ ਛੇਤੀ ਤੇ ਘੱਟ ਗੱਲ ਵਿੱਚ ਹੀ ਜ਼ਿਆਦਾ ਛੇਤੀ ਸਮਝ ਆ ਜਾਏ। ਕਿ ਇਸ ਲਈ ਬੰਦਾ ਛੇਤੀ ਸਮਝੇਗਾ। ਜਿੱਦਾਂ ਮੈਂ ਮੰਨ ਲਓ ਪ੍ਰਿੰਟਿੰਗ ਦਾ ਕੰਮ ਕਰਦਾ, ਤੇ ਜੇ ਖੁਦਾਵੰਦ ਮੇਰੇ ਤੇ ਕੋਈ ਪ੍ਰਕਾਸ਼ਨ ਕਰਨਗੇ ਤੇ ਖੁਦਾ ਉਸੇ ਹਿਸਾਬ ਨਾਲ ਪ੍ਰਕਾਸ਼ਨ ਕਰਨਗੇ ਜਿਹੜਾ ਮੈਨੂੰ ਛੇਤੀ ਸਮਝ ਆ ਜਾਏ। ਇਸੇ ਤਰ੍ਹਾਂ ਖੁਦਾਵੰਦ ਯਿਸੂ ਮਸੀਹ ਜਦੋਂ ਪ੍ਰਕਾਸ਼ ਇੱਦਾਂ ਦਾ ਕੋਈ ਸਿੱਖਿਆ ਦਿੰਦੇ ਸੀ ਦੁਸ਼ਟਾਂਤ ਵਿੱਚ, ਤੇ ਉਹ ਵੇਖ ਲੈਂਦੇ ਕਿ ਲਾਗੇ ਪਬਲਿਕ ਕਿਹੋ ਜਿਹੀ ਹੈ। ਜੇ ਕੋਈ ਧਨੀ ਬੈਠੇ ਹੁੰਦੇ ਸੀ ਤਾਂ ਉਹਨਾਂ ਦੀ ਉਸੇ ਹਿਸਾਬ ਨਾਲ, ਕਿਸਾਨ ਬੈਠੇ ਤਾਂ ਉਹਨਾਂ ਦੀ ਉਸੇ ਹਿਸਾਬ ਨਾਲ, ਕੋਈ ਬੀ ਵਾਲੇ ਬੈਠੇ ਤਾਂ ਉਹਨਾਂ ਉਸੇ ਹਿਸਾਬ ਨਾਲ। ਯਿਸੂ ਮਸੀਹ ਉਸੇ ਤਰ੍ਹਾਂ ਦਾ ਹੀ ਪ੍ਰਚਾਰ ਕਰਦੇ ਤਾਂ ਕਿ ਬੰਦੇ ਦੇ ਦਿਮਾਗ 'ਚ ਛੇਤੀ ਸਮਝ ਆਵੇ। ਯਿਸੂ ਮਸੀਹ ਨੇ ਕਿਹਾ ਖਮੀਰ ਵਾਂਗ, ਆਟੇ ਨੂੰ ਜਿੱਦਾਂ ਖਮੀਰ ਲੱਗਦਾ, ਏਦਾਂ ਸਵਰਗ ਦਾ ਰਾਜ। ਯਿਸੂ ਮਸੀਹ ਅਕਸਰ ਛੋਟੀਆਂ ਚੀਜ਼ਾਂ ਨੂੰ ਲੈ ਕੇ ਉਹਨੂੰ ਇੱਕ ਦੁਸ਼ਟਾਂਤ ਬਣਾ ਕੇ ਪੇਸ਼ ਕਰਦੇ। ਔਰ ਅੱਜ ਜੋ ਦੁਸ਼ਟਾਂਤ ਹੈ, ਇਹ ਦੁਸ਼ਟਾਂਤ ਯਿਸੂ ਮਸੀਹ ਦੇ ਪੇਸ਼ ਕਰਨ ਦਾ ਮਕਸਦ ਇਹ ਆ ਕਿ ਭਈ ਮੇਰਾ ਰਾਜ ਤਿਆਰ ਹੋ ਰਿਹਾ, ਮੇਰਾ ਰਾਜ ਧਰਤੀ ਤੇ ਬਹਾਲ ਹੋ ਰਿਹਾ, ਔਰ ਮੇਰਾ ਰਾਜ ਅੱਜ ਦਾ ਜਾਂ ਕੱਲ੍ਹ ਦਾ ਜਾਂ ਪਰਸੋਂ ਦਾ ਨਹੀਂ। ਇਹ ਕੋਈ 100 ਸਾਲ ਦਾ, ਕੋਈ 150 ਸਾਲ ਜਾਂ 200 ਸਾਲ ਦੇ ਨਹੀਂ। ਮੇਰਾ ਰਾਜ ਜੁਗਨੋ ਜੁਗ ਦਾ ਤਿਆਰ ਹੋਣ ਰਿਹਾ। ਕਲਾਮ ਦੱਸਦਾ ਕਿ ਅੱਜ ਕੱਲ੍ਹ ਤੇ ਜੁਗਨੋ ਜੁਗ ਕੋਈ ਪਰਮੇਸ਼ਵਰ ਹੈ, ਤੇ ਉਹਦਾ ਰਾਜ ਧਰਤੀ ਤੇ ਖਤਮ ਨਹੀਂ ਹੋਏਗਾ ਕਦੀ। ਹਾਲੇਲੂਇਆ। ਜਦੋਂ ਖੁਦਾਵੰਦ ਯਿਸੂ ਮਸੀਹ ਨੇ ਉਹ ਰਾਜ ਤਿਆਰ ਕਰਨਾ, ਤੇ ਖੁਦਾਵੰਦ ਯਿਸੂ ਮਸੀਹ ਦੁਸ਼ਟਾਂਤ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੇ ਨੇ ਕਿ ਤੁਸੀਂ ਰਾਜ ਦੇ ਵਿੱਚ ਤਿਆਰੀ ਕਿੱਦਾਂ ਕਰਨੀ ਹੈ, ਤੁਸੀਂ ਤਿਆਰ ਕਿੱਦਾਂ ਹੋਣਾ ਵਾ ਮੇਰੇ ਰਾਜ ਵਿੱਚ। ਤੇ ਯਿਸੂ ਮਸੀਹ ਇੱਥੇ ਸਮਝਾਉਣ ਵਾਸਤੇ ਇੱਕ ਬੀਜ ਦੇ ਬੋਣ ਬਾਰੇ ਦੱਸਦੇ ਨੇ। ਇਹ ਦੁਸ਼ਟਾਂਤ ਦਾ ਜਿਹੜਾ ਹੈਡਿੰਗ ਹੈ, ਇੱਥੇ ਲਿਖਿਆ ਉਗਨੇ ਵਾਲੇ ਬੀਜ ਦਾ ਦੁਸ਼ਟਾਂਤ। और आज आप जो सीखना कि आप ये सीखना कि खुदावन यीशु मसीह अपने लोगों को अपनी योजना च इस्तेमाल करना चाहते हैं, तो दसते हैं भाई ਤੁਹਾਡੀ ਜ਼ਿੰਦਗੀ 'ਚ ਇਹ ਸਟੈਪ ਹੈਗੇ ਜੇ, ਇਹ स्टेप ਤੁਹਾਨੂੰ करने पैने हैं। और इतने जब आप पढ़िया, फिर उसने कहा परमेश्वर का राज ऐसा है जैसे कोई मनुष्य भूमि में बीज छीटे। वेख्या तुसी जो कणक बीजी जाती है, सर्दियों के सवेरे तड़के उठ के वो जाते हैं, पहले धरती को नरम करते हैं, पानी लाते हैं, कितनी फील्ड करते हैं, कितनी मेहनत करते हैं। पहले धरती को हल बांधते हैं, फाड़ते हैं, फिर उनके पानी पाते हैं, नरम करते हैं, फिर सुहागा फेरते हैं, फिर उन्होंने
ਉਹਦੇ ਵੱਟ ਜੇ ਬਣਾਉਂਦੇ ਨੇ, ਫਿਰ ਵੱਟ ਬਣਾ ਕੇ ਕਿਸਾਨ ਜਿਹੜਾ ਹੁੰਦਾ ਉਹ 20 ਫੁੱਟ ਦਾ ਵਾ ਲੈਣੋਂ ਲੈ ਆਉਂਦਾ। ਉਦੋਂ ਠੰਡ ਹੁੰਦੀ ਜਦੋਂ 20 ਫੁੱਟ ਜਾਂਦਾ। ਖੁਦਾਵੰਦ ਯਿਸੂ ਮਸੀਹ ਦੱਸਦੇ ਪਏ ਨੇ ਕਿ ਤੁਹਾਡਾ ਕੰਮ ਹੈ ਤੁਸੀਂ ਬੀਜ ਸੁੱਟੀ ਜਾਣਾ, ਬੀਜ ਸੁੱਟੀ ਜਾਣੇ, ਬੀਜ ਸੁੱਟੀ ਜਾਣੇ। ਕੀ ਕਰੀ ਜਾਣਾ ਤੁਸੀਂ? ਤੇ ਇਸ ਤੋਂ ਪਹਿਲੇ ਜਿਹੜੇ ਆਪਾਂ ਇਹ 4 ਅਧਿਆਇ ਸ਼ੁਰੂ ਹੁੰਦਾ ਤੇ 4 ਅਧਿਆਇ ਦੇ ਖੁਦਾਵੰਦ ਯਿਸੂ ਮਸੀਹ ਨੇ ਦੱਸਤਾ ਹੈ ਕਿ ਜੋ ਬੀਜ ਹੈ ਉਹ ਖੁਦਾ ਦਾ ਕੀ ਹੈ? ਕਲਾਮ ਹੈ। ਤੁਸੀਂ ਖੁਦਾ ਦੇ ਕਲਾਮ ਨੂੰ ਸੁੱਟਦੇ ਰਹਿਣਾ ਵਾ, ਤੁਸੀਂ ਲੋਕਾਂ ਨੂੰ ਦੱਸਦੇ ਰਹਿਣਾ ਵਾ, ਕਿਉਂਕਿ ਤੁਸੀਂ ਸਵਰਗ ਰਾਜ ਦੇ ਵਿੱਚ ਹੋ। ਤੁਸੀਂ ਵੀ ਲੋਕਾਂ ਨੂੰ ਪਾਉਂਦੇ ਰਹਿਣਾ, ਖੁਦਾ ਦੀਆਂ ਗੱਲਾਂ ਕਰਦੇ ਰਹਿਣਾ, ਖੁਦਾ ਦੀਆਂ ਗੱਲਾਂ ਦੱਸਦੇ ਰਹਿਣਾ ਲੋਕਾਂ ਨੂੰ। ਯਾਨੀ ਤੁਸੀਂ ਜੇ ਆਹ ਕੰਮ ਕਰਦੇ ਪਏ ਹੋ ਤੇ ਤੁਸੀਂ ਖੁਦਾ ਦੀ ਯੋਜਨਾ ਦੇ ਵਿੱਚ ਇਹ ਕੰਮ ਕਰਦੇ ਪਏ ਹੋ ਕਿ ਜਿਸ ਤਰ੍ਹਾਂ ਇੱਕ ਕਿਸਾਨ ਧਰਤੀ ਉੱਤੇ ਬੀਜ ਸੁੱਟੀ ਜਾਂਦਾ ਹੈ। ਹਾਲੇਲੂਇਆ। ਜਿਸ ਤਰ੍ਹਾਂ ਇੱਕ ਕਿਸਾਨ ਧਰਤੀ ਉੱਤੇ ਬੀਜ ਸੁੱਟੀ ਜਾ ਰਿਹਾ, ਇਸੇ ਤਰ੍ਹਾਂ ਤੁਸੀਂ ਖੁਦਾ ਦੀ ਯੋਜਨਾ ਦੇ ਵਿੱਚ ਲੋਕਾਂ ਨੂੰ ਖੁਦਾ ਦੇ ਕਲਾਮ ਦਾ ਬੀਜ ਬੋਈ ਜਾਓ। ਤੁਹਾਡਾ ਕੰਮ ਸਿਰਫ ਕੀ ਹੈ? ਹੋਣਾ। ਤੁਸੀਂ ਲੋਕ ਜਿੱਥੇ ਵੀ ਆਪਣੇ ਰਿਸ਼ਤੇਦਾਰ ਦੇ ਘਰ ਜਾਓ, ਆਪਣੇ ਕੰਮ ਤੇ ਜਾਓ, ਆਪਣੇ ਕਿਸੇ ਦੇ ਵੀ ਯਾਰ ਦੋਸਤ ਨੂੰ ਮਿਲੋ ਤੇ ਉੱਥੇ ਬਹਿ ਕੇ ਕੋਈ ਫਾਲਤੂ ਗੱਲਾਂ ਨਾ ਕਰੋ, ਚੁਗਲੀਆਂ ਨਾ ਕਰੋ, ਕੋਈ ਕਿਸੇ ਦੀ ਨਿੰਦਾ ਨਾ ਕਰੋ, ਕਿਸੇ ਦੇ ਬਾਰੇ ਬੁਰਾ ਨਾ ਕਹੋ। ਸਿਰਫ ਤੁਸੀਂ ਉੱਥੇ ਮਿਲੋ, ਹੈਲੋ ਹਾਈ ਨਮਸਤੇ ਕਹੋ, ਜੋ ਵੀ ਕਹਿੰਦੇ ਹੋ ਤੁਹਾਡੇ 'ਚ ਸਾਰੇ ਜਣੇ ਉਸੇ ਤਰ੍ਹਾਂ ਕਹਿ ਕੇ ਉਸ ਤੋਂ ਬਾਅਦ ਤੁਸੀਂ ਉੱਥੇ ਖੁਦਾ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿਓ। ਜਿੱਥੇ ਵੀ ਹੋ, ਤੁਸੀਂ ਬੱਸ 'ਚ ਹੋ, ਟ੍ਰੇਨ 'ਚ ਹੋ, ਘਰ ਹੋ, ਬਾਹਰ ਹੋ, ਰਿਸ਼ਤੇਦਾਰਾਂ ਕੋ, ਵਿਆਹ 'ਚ, ਸ਼ਾਦੀ 'ਚ, ਤੁਸੀਂ ਜਿੱਥੇ ਵੀ ਜਾਓ ਉੱਥੇ ਜਾ ਕੇ ਤੁਸੀਂ ਕਿਹੜੀਆਂ ਗੱਲਾਂ ਕਰਨੀਆਂ ਵਾ? ਜੇ ਤੁਸੀਂ ਉੱਥੇ ਹਰ ਜਗ੍ਹਾ ਤੇ ਖੁਦਾ ਦੀਆਂ ਗੱਲਾਂ ਕਰਦੇ ਪਏ ਹੋ ਤੇ ਤੁਸੀਂ ਖੁਦਾ ਦੀ ਯੋਜਨਾ ਦੇ ਵਿੱਚ ਬੀਜ ਬੋਣ ਵਾਲਾ ਕੰਮ ਕਰਦੇ। ਫਿਰ ਖੁਦਾ ਤੁਹਾਡੀ ਯੋਜਨਾ ਤੋਂ ਖੁਸ਼ ਹੋ ਰਿਹਾ, ਫਿਰ ਤੁਸੀਂ ਖੁਦਾ ਦੀ ਮਰਜ਼ੀ ਪੂਰੀ ਕਰਦੇ ਪਏ ਹੋ, ਤੁਸੀਂ ਸਵਰਗ ਰਾਜ ਦੀ ਤਿਆਰੀ ਕਰਦੇ ਪਏ ਹੋ। ਔਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਲੋਕਾਂ ਨੂੰ ਤਿਆਰ ਕਰਦੇ ਪਏ ਹੋ, ਇਹਦੇ ਨਾਲ ਨਾਲ ਤੁਹਾਡਾ ਵੀ ਸਵਰਗ ਰਾਜ ਤਿਆਰ ਹੋ ਰਿਹਾ ਹੈ। ਹਾਲੇਲੂਇਆ। ਲਿਖਿਆ ਕਿ ਤੁਸੀਂ ਉਹਨਾਂ ਬੀਜ ਬੋਏ, ਉਹਨੇ ਸਿੱਟੇ ਸੁੱਟੇ, और रात को सोया और दिन को जागा। फिर तुसी अपनी जिंदगी के बाकी दे काम भी करने हैं, पर जिंदगी के बाकी दे काम सोना जागना तुसी सारे काम करते करते खुदा दा बीज बोने वाला काम भी करते रहना वा। वह बीज ऐसा उगे और वह बड़े की वह ना जाने। जो बीज उगना वा बदना वा तानू नहीं पता, तानू नहीं पता कि बीज किदों उगना ते किदों बदना वा। बीज दे सर्दियां च कट दे गर्मियां च। पर की कदी कोई इहो जिहा बंदा देखिया वो कहे मैं बीज बोया वा ते रात कटी ते सवेरे कहे मैं वड्डन चला वा, उग गया ना। खुदा जिस तरह धरती उत्ते बीज पानी दा ते उगदे उगदे दिन लग जाता, समा लग जाता वा, 6 महीने बीत जाते हैं। उस तरह खुदा का कलाम लोगों के जीवन में किसी वे टाइम खा जाता है। पर इसका मतलब ये नहीं कि तुम टाइम खा जाता तुम बी बोना बंद कर दो, तुम बी बोते रहना, क्योंकि कलाम दसदा कि तुम नहीं जानते वो किहड़े वेले वधदा वा, तुम नहीं जानते कि वो पृथ्वी किहड़े वेले उहदे विच काम करदी है। वो बी दे अंदर भी जान हुंदी है ते बी दे बाहर भी। हालेलुया। बी दे अंदर भी जान हुंदी है ते बी दे बाहर भी की हुंदी है, बी दे अगे भी जान हुंदी है ते बी दे पिछे भी जान, हर पासे उहदे विच जान ही हुंदी है। हालेलुया। ते जिस तरह तुहानू पता लगे कि तुहानू खुदा ने इस योजना च इस्तेमाल कर दे ते तुसी खुदा दा काम करना शुरू करो, खुदा दा बी बोना शुरू कर दो। हालेलुया। तो जो जो बी उगेगा, बी उगना शुरू होगा, समा कोई नहीं है कि कदों उगना, पर जो भी उगेगा तो वो निशानियां तुहानू नजर आएंगी। जो बी उगदा तो वो निशानियां सानू नजर, जिस तरह आप इस घर में मीटिंग शुरू की है, अज ये मीटिंग तकरीबन कोई 4 या 5 हफ्ते हुए हैं, पर करते 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 जो आप मीटिंग कंटिन्यू करते रहेंगे तो इस बीज जो आप इस घर से बोया वा वो हौली हौली वो फल, वो जड़ा, वो टाहनियां, वो सारा कुछ सानू नजर आना शुरू, समा जरूर लगेगा पर होवेगा जरूर। हालेलुया। की होएगा? जरूर उगेगा। खुदा ने कलाम च लिखा कि बी बो तुसी और उन्होंने उगाना, उन्होंने फलाना, मेरे
ਮੇਰੀ ਮਰਜ਼ੀ ਹੈ। ਧਰਤੀ ਨੂੰ ਕੌਣ ਜਾਨ ਦਿੰਦਾ ਵਾ? ਯਹੋਵਾ ਪਰਮੇਸ਼ਵਰ। ਧਰਤੀ ਦੇ ਵਿੱਚ ਜਾਨ ਪਾਉਣ ਵਾਲਾ ਕੌਣ ਹੈ? ਯਹੋਵਾ ਪਰਮੇਸ਼ਵਰ। ਜੇ ਜਾਨ ਪਾਉਣ ਵਾਲਾ ਹੋਵੇ ਤਾਂ ਉਸ ਬੀਜ ਦੇ ਵਿੱਚ ਟਾਹਣੀਆਂ ਲਿਆਉਣ ਵਾਲਾ, ਪੱਤੇ ਲਿਆਉਣ ਵਾਲਾ, ਫਲ ਲਿਆਉਣ ਵਾਲਾ, ਫਰੂਟ ਲਿਆਉਣ ਵਾਲਾ ਸਾਰਾ ਕੁਝ ਖੁਦਾ ਦੇ ਹੱਥ 'ਚ ਹੈ। ਤੁਸੀਂ ਇਸ ਗੱਲ ਤੋਂ ਨਹੀਂ ਪਰਹੇਜ਼ ਕਰਨਾ ਕਿ ਇਹ ਗੈਰ ਕੌਮ ਦਾ ਹੈ। ਤੁਸੀਂ ਇਸ ਗੱਲ ਤੋਂ ਨਹੀਂ ਪਰਹੇਜ਼ ਕਰਨਾ ਕਿ ਇਹ ਸ਼ੈਤਾਨਵਾਦੀ ਹੈ। ਤੁਸੀਂ ਇਸ ਗੱਲ ਤੋਂ ਨਹੀਂ ਪਰਹੇਜ਼ ਕਰਨਾ ਕਿ ਇਹ ਮੂਰਤੀ ਪੂਜਕ ਹੈ। ਤੁਸੀਂ ਜਿੱਥੇ ਵੀ ਜਾਣਾ ਉੱਥੇ ਖੁਦਾ ਦੇ ਬੀਜ ਨੂੰ ਬੋਣਾ ਵਾ। ਔਰ ਤੁਸੀਂ ਨਹੀਂ ਜਾਣਦੇ ਖੁਦਾ ਦਾ ਬੀਜ ਕਿਤੇ ਵੀ ਉੱਗ ਸਕਦਾ ਹੈ। ਪੁਰਾਣੇ ਸਮੇਂ ਵਿੱਚ ਹੜ੍ਹ ਉਡਾਉਂਦੇ ਸੀ, ਤੇ ਜਦੋਂ ਹੜ੍ਹ ਆਉਂਦੇ ਸੀ ਤੇ ਉਹ ਲੋਕ ਕੀ ਕਰਦੇ ਸੀ, ਉਹਨਾਂ ਦੇ ਘਰ ਕਣਕ ਜਿਹੜੀ ਹੁੰਦੀ ਸੀ ਉਹ ਕਣਕ ਨੂੰ ਪਾਣੀ ਦੇ ਵਿੱਚ ਸੁੱਟ ਦਿੰਦੇ। ਕਿਉਂ? ਕਹਿੰਦੇ ਜਿੱਥੇ ਵੀ ਜਾਏਗੀ ਕਿਤੇ ਨਾ ਕਿਤੇ ਤੇ ਰੁਕੇਗੀ, ਜਿੱਥੇ ਰੁਕੇਗੀ ਉੱਥੇ ਹੀ ਫਲ, ਉੱਥੇ ਹੀ ਸਿੱਟੇ ਉੱਗ। ਜਦੋਂ ਪਾਣੀ ਸੁੱਕੇਗਾ ਤਾਂ ਆਪਾਂ ਸਿੱਟੇ ਵੱਢ ਕੇ ਫਿਰ ਆਪਾਂ ਖਾਣ ਵਾਲੇ ਪਾਣਾ। ਹਾਲੇਲੂਇਆ। ਇਸ ਲਈ ਕਿ ਉਹਨਾਂ ਨੂੰ ਇਹ ਗੱਲ ਪਤਾ ਹੈ ਕਿ ਬੀਜ ਦੇ ਵਿੱਚ ਜਾਨ ਹੈਗੀ ਹੈ। ਇਹ ਬੀਜ ਨਜਾਇਜ਼ ਨਹੀਂ ਹੈਗਾ, ਇਹ ਬੀਜ ਸੜਿਆ ਬੀਜ ਨਹੀਂ ਹੈਗਾ। ਇਹ ਬੀਜ ਦੇ ਵਿੱਚ ਜਾਨ ਹੈਗੀ ਹੈ। ਆਪਾਂ ਸੁੱਟਾਂਗੇ ਇਹਨੇ ਫਲ ਦੇਣਾ ਹੀ ਦੇਣਾ। ਤੇ ਪਵਿੱਤਰ ਕਲਾਮ ਇੱਕ ਐਸਾ ਬੀਜ ਹੈ ਜਿਹਦੇ 'ਚ ਜ਼ਿੰਦਗੀ ਦੇ ਸਾਹ ਨੇ। ਹਾਲੇਲੂਇਆ। ਜੀਵਨ ਦਾ ਵ੍ਰਿਕਸ਼ ਕੌਣ ਹੈ? ਯਿਸੂ ਮਸੀਹ। ਤੇ ਕਲਾਮ ਕੌਣ ਹੈ? ਵਚਨ ਦੇਹਧਾਰੀ ਹੋਇਆ ਯਿਸੂ ਮਸੀਹ। ਇਹ ਜੀਵਨ ਦਾ ਸਾਡਾ ਜਿਹੜਾ ਵਚਨ ਹੈ, ਇਹ ਸਾਡੀ ਰੋਟੀ ਹੈ। ਇਹਦੇ ਦੁਆਰਾ ਹੀ ਅਸੀਂ ਜੀਵਿਤ ਰਹਿੰਦੇ ਹਾਂ। ਇਹਦੇ ਨਾਲ ਹੀ ਸਾਡੇ ਸਾਹ ਚੱਲਦੇ ਨੇ, ਨਾਲ ਹੀ ਸਾਡੀ ਜ਼ਿੰਦਗੀ ਚੱਲਦੀ ਹੈ। ਜੇ ਆਪਾਂ ਇਹ ਵਾਲਾ ਵੀ ਆਪਣੇ ਜੀਵਨ ਦੇ ਵਿੱਚ ਰੱਖਾਂਗੇ ਤੇ ਆਪਾਂ ਕਦੀ ਵੀ ਭੁੱਖੇ ਨਹੀਂ ਹੋਵਾਂਗੇ। ਔਰ ਖੁਦਾ ਨੇ ਇੱਕ ਜਗ੍ਹਾ ਤੇ ਕਿਹਾ ਵੀ ਹੈ ਕਿ ਰੋਟੀ ਤੋਂ ਜਿੰਦਾ ਨਹੀਂ ਰਹਿ ਸਕਦਾ, ਪਰ ਖੁਦਾ ਦੇ ਕਲਾਮ ਤੋਂ ਬਿਨਾਂ ਨਹੀਂ ਜਿੰਦਾ ਰਹਿ ਸਕਦਾ। ਰੋਟੀ ਤੋਂ ਬਿਨਾਂ ਜਿੰਦਾ ਰਹਿ ਸਕਦਾ, ਖੁਦਾ ਦੇ ਕਲਾਮ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦਾ। ਹਾਲੇਲੂਇਆ। ਇਸ ਲਈ ਕਿ ਇਹ ਆਪਾਂ ਨੂੰ ਜਿਹੜਾ ਖੁਦਾਵੰਦ ਦ੍ਰਿਸ਼ਟਾਂਤ ਦੇ ਰਹੇ ਨੇ, ਇਸ ਲਈ ਦੇ ਰਹੇ ਨੇ ਤਾਂ ਕਿ ਤੁਸੀਂ ਜਾਣ ਜਾਓ ਕਿ ਤੁਹਾਡੀ ਜ਼ਿੰਦਗੀ 'ਚ ਸਟੈਪ ਹੋਣਾ ਕੀ ਹੈ। ਪਹਿਲੇ ਤੁਸੀਂ ਆਪਣੇ ਜੀਵਨ ਵਿੱਚ ਖੁਦਾ ਦੇ ਕਲਾਮ ਨੂੰ ਬੋਣਾ ਸਿੱਖ ਲਓ। ਆਪ ਵੀ ਬੋਵੋ ਤੇ ਲੋਕਾਂ ਦੇ ਵਿੱਚ ਵੀ ਕੀ ਕਰੋ, ਬੋਵੋ। ਫਿਰ ਖੁਦਾ ਦਾ ਕਲਾਮ ਤੁਹਾਡੇ ਜੀਵਨ ਵਿੱਚ ਕੰਮ ਕਰੇਗਾ ਤੇ ਫਿਰ ਅੰਕੁਰ ਉੱਗੇਗਾ। ਇੱਥੇ ਲਿਖਿਆ ਪਹਿਲੇ ਕੀ ਉੱਗੇਗਾ? ਅੰਕੁਰ ਆਏਗਾ, ਫਿਰ ਉਹਦੀ ਬਾਲ ਆਏਗੀ, ਫਿਰ ਉਹਦੀ ਟਾਹਣੀ ਆਏਗੀ, ਫਿਰ ਟਾਹਣੀ ਬਾਲਾਂ ਦੇ ਨਾਲ ਉਹਦਾ ਫਲ ਫਰੂਟ ਜੋ ਵੀ ਹੈ, ਜੋ ਵੀ ਤੁਸੀਂ ਬੀਜਿਆ ਬਾਹਰ ਆਏਗਾ। ਜੇ ਤੁਸੀਂ ਪਵਿੱਤਰ ਕਲਾਮ ਆਪਣੇ ਜੀਵਨ 'ਚ ਬੀਜੋਗੇ ਤੇ ਪਵਿੱਤਰ ਆਤਮਾ ਤੁਹਾਡੇ ਵਿੱਚ ਵਾਸ ਕਰ ਪਵਿੱਤਰ ਆਤਮਾ ਤੁਹਾਡੇ ਵਿੱਚ ਵਾਸ ਕਰ ਜਾਏਗਾ। ਆਟੋਮੈਟਿਕ ਤੁਹਾਡੀ ਜ਼ਿੰਦਗੀ ਸਫਲ ਹੋ ਜਾਏਗੀ। ਫਿਰ ਪਵਿੱਤਰ ਆਤਮਾ ਦੇ ਫਲ ਤੁਹਾਡੇ ਵਿੱਚ ਆ ਜਾਣਗੇ। ਗਲੀਤੀਆਂ ਦੀ ਕਿਤਾਬ 'ਚ ਲਿਖਿਆ ਵਾ ਪਵਿੱਤਰ ਆਤਮਾ ਦਾ ਫਲ ਪ੍ਰੇਮ, ਆਨੰਦ, ਸ਼ਾਂਤੀ, ਭਲਾਈ, ਸੰਯਮ, ਧੀਰਜ। 9 ਤਰ੍ਹਾਂ ਦੇ ਫਲ ਤੁਹਾਡੀ ਜ਼ਿੰਦਗੀ 'ਚ ਆ ਜਾਣਗੇ। ਤੇ ਤੁਹਾਡੀ ਜ਼ਿੰਦਗੀ 'ਚ ਜੇ ਤੁਸੀਂ ਕਲਾਮ ਦਾ ਬੀਜ ਬੋਇਆ, 9 ਤਰ੍ਹਾਂ ਦੇ ਫਲ ਆ ਗਏ ਤੇ ਫਿਰ ਖੁਦਾ ਤੁਹਾਡੇ ਕਲਾਮ ਤੁਹਾਡੇ ਜੀਵਨ ਵਿੱਚ 9 ਤਰ੍ਹਾਂ ਦੇ ਵਰਦਾਨ ਵੀ ਦੇਵੇਗਾ। ਹਾਲੇਲੂਇਆ। ਕੁਰਿੰਥੀਆਂ 12 ਅਧਿਆਇ 'ਚ ਲਿਖਿਆ 9 ਤਰ੍ਹਾਂ ਦੇ ਵਰਦਾਨ ਵੀ ਹੈਗੇ ਆ। ਜਦੋਂ ਤੁਸੀਂ ਖੁਦਾ ਦੇ ਕਲਾਮ ਦਾ ਬੀਜ ਆਪਣੇ ਜੀਵਨ ਵਿੱਚ ਬੋਓਗੇ ਤੇ ਤੁਹਾਡੇ ਜੀਵਨ ਦੇ ਵਿੱਚ ਪਹਿਲੇ ਖੁਦਾ ਦੇ ਫਲ ਆਣਗੇ, ਫਿਰ ਖੁਦਾ ਦਾ ਵਰਦਾਨ ਆਣਗੇ, ਖੁਦਾ ਦੀ ਸਾਮਰਥ ਉਤਰੇਗੀ ਤੁਹਾਡੇ ਤੇ। ਕਈਆਂ ਨੂੰ ਗੈਰ ਜ਼ਬਾਨ ਮਿਲ ਜਾਂਦੀ ਹੈ, ਕਈਆਂ ਨੂੰ ਕਲਾਮ ਸੁਣਾਉਣ ਦੀ ਤੌਫੀਕ ਮਿਲ ਜਾਂਦੀ ਹੈ, ਕਈਆਂ ਨੂੰ ਗੈਰ ਜ਼ਬਾਨਾਂ ਦਾ ਮਤਲਬ ਦੱਸਣ ਦਾ ਮਤਲਬ। ਇਦਾਂ ਕਰਕੇ 9 ਤਰ੍ਹਾਂ ਦੇ ਵਰਦਾਨ ਹੈ। ਪਰ ਇਹ ਸਾਰੀਆਂ ਗੱਲਾਂ ਤਾਂ ਹੀ ਹੋਣਗੀਆਂ ਜੇ ਤੁਸੀਂ ਆਪਣੇ ਜੀਵਨ ਦੇ ਵਿੱਚ ਖੁਦਾ ਦੇ ਕਲਾਮ ਦਾ ਬੀਜ ਬੋਜੋਗੇ। ਤੇ ਜੇ ਤੁਸੀਂ ਖੁਦਾ ਦੇ ਕਲਾਮ ਨੂੰ ਆਪਣੇ ਜੀਵਨ ਵਿੱਚ ਬੋਵੋਗੇ ਤਾਂ ਹੀ ਇਹ ਸਾਰੇ ਕੰਮ ਹੋਣਗੇ। ਹਾਲੇਲੂਇਆ। ਜੇ ਤੁਸੀਂ ਸਾਰਾ ਕਰੋਗੇ ਤੇ ਫਿਰ ਖੁਦਾਵੰਦ ਯਿਸੂ ਮਸੀਹ ਕਹਿੰਦੇ ਨੇ ਫਸਲ ਤਿਆਰ ਹੈ ਤੇ ਵਾਢਿਆਂ ਦੀ ਘਾਟ ਹੈ। ਹਾਲੇਲੂਇਆ। ਕਟਨੀ ਦਾ ਸਮੇਂ ਆ ਗਿਆ। ਔਰ ਜਿਸ ਤਰ੍ਹਾਂ ਆਪਾਂ ਨੂੰ ਪਤਾ ਲੱਗਦਾ ਪਿਆ ਪ੍ਰਕਾਸ਼ਿਤ ਵਾਕਿਆ ਦੀਆਂ ਕਿੰਨੀਆਂ ਭਵਿੱਖਬਾਣੀਆਂ ਆਪਾਂ YouTube ਤੇ ਵੇਖਦੇ ਪਏ ਆ, ਪੂਰੀਆਂ ਹੋ ਗਈਆਂ। ਤਕਰੀਬਨ ਅੰਤ ਦੇ ਸਮੇਂ ਦੇ ਆਪਾਂ ਐਂਡਲੇ ਹਿੱਸੇ ਵਿੱਚ ਆ। ਤੇ ਜੇ ਆਪਾਂ ਅੱਜ ਵੀ ਨਾ ਖੁਦਾ ਦੇ ਕਲਾਮ ਨੂੰ ਆਪਣੇ ਜੀਵਨ ਵਿੱਚ ਬੋਇਆ ਤੇ ਫਿਰ ਆਪਾਂ ਕਿਤੇ ਪਿੱਛੇ ਨਾ ਰਹਿ ਜਾਈਏ। ਹਾਲੇਲੂਇਆ। ਆਪਾਂ ਕਿਤੇ ਪਿੱਛੇ
ਆਪਾਂ ਜੇ ਪਿੱਛੇ ਰਹਿ ਗਏ ਤੇ ਫਿਰ ਸਾਡੀ ਜ਼ਿੰਦਗੀ ਅਧੂਰੀ ਰਹਿ ਜਾਏਗੀ ਕਿ ਆਪਾਂ ਨਿਆਂ ਵਿੱਚ ਜਾਵਾਂਗੇ। ਜੇ ਆਪਾਂ ਨਿਆਂ ਵਿੱਚ ਗਏ ਤੇ ਫਿਰ ਬੜਾ ਮੁਸ਼ਕਲ ਜੇ ਤੁਸੀਂ ਚਾਹੁੰਦੇ ਹੋ ਨਿਆਂ 'ਚ ਨਾ ਜਾਈਏ, ਆਪਾਂ ਸੌਖੇ ਸੌਖੇ ਜਾਈਏ, ਤੇ ਫਿਰ ਤੁਸੀਂ ਆਪਣੇ ਜੀਵਨ ਵਿੱਚ ਖੁਦਾ ਦਾ ਬੀਜ ਬੋ, ਕਲਾਮ ਦਾ ਬੀਜ ਬੋ। ਤੁਸੀਂ ਆਪਣੇ ਜੀਵਨ ਦੇ ਵਿੱਚ ਖੁਦਾ ਦੇ ਫਲ ਲਿਆਓ, ਤੁਸੀਂ ਆਪਣੇ ਜੀਵਨ ਦੇ ਵਿੱਚ ਖੁਦਾ ਦੀ ਸਾਮਰਥ ਲਿਆਓ ਤੇ ਪਵਿੱਤਰ ਦੁਲਹਨ ਦੇ ਵਿੱਚ ਸ਼ਰੀਕ ਹੋ ਕੇ ਸਭ ਤੋਂ ਪਹਿਲੇ ਉਠਾਏ ਜਾਓ। ਹਾਲੇਲੂਇਆ, ਹਾਲੇਲੂਇਆ। ਸਭ ਤੋਂ ਪਹਿਲੇ ਉਠਾਏ ਜਾਓ ਤਾਂ ਕਿ ਤੁਹਾਨੂੰ ਨਿਆਂ ਵਾਲਾ ਦਿਨ ਵੇਖਣਾ ਨਾ ਪਵੇ। ਤੁਸੀਂ ਪਵਿੱਤਰ ਦੁਲਹਨ ਵਿੱਚ ਉਠਾਏ ਜਾਓ। ਹਾਲੇਲੂਇਆ। ਜੇ ਤੁਸੀਂ ਚਾਹੁੰਦੇ ਹੋ ਸਾਰੇ ਜਣੇ ਆਪਾਂ ਇਸ ਕਲਾਮ ਦੇ ਮੁਤਾਬਕ ਪਵਿੱਤਰ ਦੁਲਹਨ 'ਚ ਉਠਾਏ ਜਾਣਾ, ਆਪਣੇ ਜੀਵਨ ਵਿੱਚ ਫਲ ਲਿਆਣੇ ਆ, ਆਪਣੇ ਜੀਵਨ 'ਚ ਖੁਦਾ ਦੀ ਸਾਮਰਥ ਲਿਆਣੀ ਹੈ, ਤੇ ਫਿਰ ਤੁਸੀਂ ਆਪਣੇ ਜੀਵਨ 'ਚ ਸਭ ਤੋਂ ਪਹਿਲਾ ਕੰਮ ਕੀ ਹੈ? ਆਪਣੇ ਜੀਵਨ 'ਚ ਕੀ ਬੋਣਾ ਵਾ? ਬੀ ਬੋਣਾ, ਕਲਾਮ ਦਾ ਬੀ। ਹਾਲੇਲੂਇਆ, ਹਾਲੇਲੂਇਆ। ਅੱਜ ਆਪਾਂ ਜਿਹੜਾ ਕਲਾਮ ਸੁਣਿਆ, ਇਹ ਛੋਟਾ ਜਿਹਾ ਕਲਾਮ ਖੁਦਾ ਛੋਟੇ ਜਿਹੇ ਕਲਾਮ 'ਚ ਵੱਡਾ ਸੰਦੇਸ਼ ਦੇ ਗਿਆ ਸਾਨੂੰ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕਲਾਮ ਦਾ ਬੀਜ ਬੋਣਾ ਕਿੰਨਾ ਜ਼ਰੂਰੀ ਹੈ। ਸੋ ਜਿੰਨਾ ਖੁਦਾ ਨੇ ਸਾਨੂੰ ਦਿੱਤਾ, ਖੁਦਾ ਦਾ ਬਹੁਤ ਧੰਨਵਾਦ। ਔਰ ਖੁਦਾ ਨੇ ਅੱਜ ਆਤਮਿਕ ਰੋਟੀ ਸਾਨੂੰ ਇਸ ਵਚਨ ਦੇ ਦੁਆਰਾ ਦਿੱਤੀ, ਖੁਦਾ ਦਾ ਬਹੁਤ ਧੰਨਵਾਦ। ਆਓ ਸਾਰੇ ਜਣੇ ਇਸ ਵਚਨਾਂ ਦਾ ਔਰ ਖੁਦਾਵੰਦ ਦਾ ਬਹੁਤ ਬਹੁਤ ਧੰਨਵਾਦ।